ਮੈਂ ਨਾ ਜੀ ਸੰਘੇੜਾ ਸਾਹਿਬ ਨੂੰ ਦੇਖੋ, ਸੰਘੇੜਾ ਸਾਹਿਬ ਬੜੇ ਸਤਿਕਾਰਯੋਗ ਆ। ਹੁਣ ਇਹ ਕਹਿੰਦੇ ਜੀ ਇੰਨੇ ਕੰਮ ਨੇ, ਮੈਂ ਗਿਣਾਉਣ ਲੱਗਾ 1 ਘੰਟਾ ਲੱਗ ਜਾਣਾ। ਪਹਿਲਾਂ ਤਾਂ ਤੁਸੀਂ ਦੇਖੋ ਵੀ ਜੇ ਘੰਟੇ 'ਚ ਨਿਪਟ ਜਾਣਗੇ ਤਾਂ ਭਗਵੰਤ ਮਾਨ ਸਾਹਿਬ ਨੇ ਕਿੰਨੇ ਕੁ ਕੰਮ ਕੀਤੇ ਹੋਣੇ ਲੋਕਾਂ ਦੇ ਸਾਹਮਣੇ ਹੈ। ਪਰ ਮੈਂ ਦੂਜੀ ਗੱਲ ਜਿਹੜੀ ਵੱਡੀ ਇਹਨਾਂ ਨੂੰ ਕਹਿਣੀ ਚਾਹੁੰਦਾ, ਇਹ ਅੱਜ ਕਹਿੰਦੇ ਜੀ ਅਸੀਂ ਮੁਫਤ ਬਿਜਲੀ ਕਰਤੀ। ਮੈਂ ਸੰਘੇੜਾ ਸਾਹਿਬ ਨੂੰ ਚੈਲੰਜ ਕਰਦਾ ਕਿ ਜਿਹੜਾ ਮੁਫਤ ਦਾ ਡਰਾਮਾ ਲੋਨ ਚੱਕ ਕੇ ਕਰ ਰਹੇ ਹੋ ਉਹ ਵੀ ਤਾਂ ਕਰ ਪਾ ਰਹੇ ਹੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਪਾਵਰ ਸਰਪਲਸ ਸੂਬਾ ਬਣਾਇਆ। ਜਿਹੜੇ ਮਹੱਲਾ ਕਲੀਨਿਕਾਂ ਦੇ ਨਾਂ ਤੇ ਤੁਸੀਂ ਕੇਂਦਰ ਦੇ ਫੰਡ ਦੀ ਦੁਰਵਰਤੋਂ ਕਰ ਰਹੇ ਹੋ, ਉਹ ਕਾਹਦੇ 'ਚ ਖੋਲੇ? ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਵਿਧਾ ਕੇਂਦਰ ਬਣਾ ਕੇ ਗਿਆ ਉਹਨਾਂ ਨੂੰ ਰੰਗ ਕੀਤਾ, ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਲਾਈ, ਪੈਰਾਸੀਟਾਮੋਲ ਦੀਆਂ ਗੋਲੀਆਂ ਰੱਖੀਆਂ ਤੇ ਤੁਸੀਂ ਕਹਿੰਦੇ ਜੀ ਸਾਡੇ ਹੈਲਥ ਸੈਂਟਰ ਬਣ ਗਏ ਜੀ। ਉਹਦੇ ਨਾਮ ਤੇ ਤੁਸੀਂ ਰੂਰਲ ਜਿਹੜਾ ਹੈਲਥ ਸੈਂਟਰ ਹੈ ਉਹਨਾਂ ਦਾ ਜਿਹੜਾ ਘਾਣ ਕੀਤਾ, ਉੱਥੇ ਡਾਕਟਰ ਨਹੀਂ, ਉਹਦੀ ਜਵਾਬਦੇਹੀ ਕਿਹਦੀ ਹੈ? ਪੰਜਾਬ ਦੇ ਉੱਤੇ 43,000 ਕਰੋੜ ਦੇ ਕਰਜ਼ੇ ਦੀ ਜਵਾਬਦੇਹੀ ਕਿਹਦੀ ਹੈ? 20,000 ਕਰੋੜ ਕੇਜਰੀਵਾਲ ਸਾਹਿਬ ਇਲੈਕਸ਼ਨ 'ਚ ਕਲੇਮ ਕਰਦੇ ਸੀ ਕਿ ਮੈਂ ਐਕਸਾਈਜ਼ 'ਚੋਂ ਕੱਢ ਕੇ ਲਿਆਉਂਗਾ, ਤੇ ਅੱਜ ਆਰਟੀਆਈ ਦੀ ਇਨਫੋਰਮੇਸ਼ਨ ਹੈ ਨਿਕਲਿਆ ਕਿੰਨਾ 1 ਸਾਲ 'ਚ? ਸਿਰਫ 200 ਕਰੋੜ। ਇਹ ਥੋੜੀ ਇਨਫੋਰਮੇਸ਼ਨ ਹੈ। ਆਪਾਂ ਟੌਪਿਕ ਦੇ ਉੱਤੇ ਰਹੀਏ। ਤੁਸੀਂ ਦੱਸੋ ਸੀਐਮ ਵਰਸਸ ਗਵਰਨਰ ਦੇ ਪੂਰੇ ਇਸ਼ੂ 'ਚ ਇਸ ਮੁੱਦੇ ਦਾ ਵੀ ਲੈਣਾ ਦੇਣਾ ਕੁਝ? ਮੈਂ ਬੜੇ ਸਪਸ਼ਟ ਤੌਰ ਤੇ ਇੱਕ ਸਵਾਲ ਕਰਦਾ ਜੀ ਕਿ ਕੀ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਰਕਾਰਾਂ ਨਹੀਂ ਰਹੀਆਂ, ਕੇਂਦਰ 'ਚ ਵਿਰੋਧੀ ਸਰਕਾਰਾਂ ਨਹੀਂ ਰਹੀਆਂ? ਇਹ ਅੱਜ ਦਾ ਜਿਹੜਾ ਮੁੱਦਾ ਇਹ ਚੱਕਦੇ ਨੇ, ਤਕਰਾਰ ਤਾਂ ਹੁੰਦੀ ਰਹੀ ਹੈ, ਤਕਰਾਰ ਤਾਂ ਹੁੰਦੀ ਰਹੀ ਹੈ ਨਾ ਸੈਂਟਰ ਦੇ। ਕਦੇ ਤਕਰਾਰ ਦੇ ਵਿੱਚ ਸਰਕਾਰ ਸੁਪਰੀਮ ਕੋਰਟ ਜਾ ਕੇ ਏਦਾਂ ਹਾਰ ਕੇ ਨਹੀਂ ਆਈ। ਇਹਨਾਂ ਨੇ ਪੰਜਾਬ ਦੇ ਪੱਕੇ ਤੌਰ ਤੇ ਹੱਥ ਵੱਢ ਤੇ ਕੀ ਵੱਢ ਤੇ ਦੇਣ ਜਵਾਬ। ਇਹ ਸੁਪਰੀਮ ਕੋਰਟ ਗਏ, ਕਹਿੰਦੇ ਜੀ ਸਰਕਾਰ ਸੁਪਰੀਮ ਹੈ ਪੰਜਾਬ ਦੀ। ਸੁਪਰੀਮ ਕੋਰਟ ਨੇ ਕੀ ਕਹਿ ਕੇ ਭੇਜਿਆ ਕਿ ਨਹੀਂ, ਗਵਰਨਰ ਜੋ ਪੁੱਛਣਗੇ ਉਹ ਤੁਸੀਂ ਦੱਸਣ ਲਈ ਬਾਉਂਡ ਹੋ। ਹੁਣ ਗਵਰਨਰ ਅੱਜ ਤੋਂ ਬਾਅਦ ਪੰਜਾਬ ਦੇ ਜਿੰਨੇ ਗਵਰਨਰ ਆਉਣਗੇ ਹਰ ਇੱਕ ਚੀਫ ਮਿਨਿਸਟਰ ਨੂੰ ਇਹ ਆਪ ਬਾਉਂਡ ਕਰਕੇ ਆਏ ਨੇ ਕਿ ਜੀ ਜੋ ਗਵਰਨਰ ਪੁੱਛਣਗੇ ਦੱਸਣਾ ਪਊਗਾ। ਔਰ ਦੂਸਰੀ ਗੱਲ, ਮੈਂ ਤਾਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਲੋਕ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰਦੇ? ਸਾਰਾ ਜਿਹੜਾ ਮਸਲਾ ਹੈ ਉਹ ਗਵਰਨਰ ਸੀਐਮ ਬਣ ਕੇ ਉਲਝਾ ਦੇਣਾ। ਸੋਸ਼ਲ ਵੈਲਫੇਅਰ ਸਕੀਮਾਂ ਜਿਹੜੀਆਂ ਬੰਦ ਪਈਆਂ ਨੇ ਉਹਨਾਂ ਦੀ ਗੱਲ ਕੌਣ ਕਰੂ? ਗਰੀਬਾਂ ਦੇ ਨੀਲੇ ਕਾਰਡ ਕੱਟੇ ਜਾ ਰਹੇ ਆ ਉਹਨਾਂ ਦੀ ਗੱਲ ਕੌਣ ਕਰੂ? ਜਿਹੜਾ ਹੈਲਥ ਮਿਸ਼ਨ ਦਾ ਪੈਸਾ ਕੇਂਦਰ ਦਾ ਆਉਂਦਾ ਹੈ ਉਹ ਰੁਕਿਆ ਪਿਆ। ਆਯੁਸ਼ਮਾਨ ਕਾਰਡ ਨਹੀਂ ਚੱਲਦੇ ਹਸਪਤਾਲਾਂ 'ਚ, ਉਹਨਾਂ ਦੀ ਗੱਲ ਕੌਣ ਕਰੂ? ਜਿਹੜਾ ਲੰਬੇ ਬਿਜਲੀ ਦੇ ਕੱਟ ਲੱਗ ਰਹੇ ਨੇ ਉਹਨਾਂ ਦੀ ਗੱਲ ਕੌਣ ਕਰੂ? ਜਿਹੜਾ ਰੋਡਸ ਬਿਲਕੁਲ ਖਤਮ ਹੋ ਗਈਆਂ, ਡਿਵੈਲਪਮੈਂਟ ਹੋ ਨਹੀਂ ਰਹੀ, ਜਵਾਬ ਲਈਏ ਸਰ, ਜਵਾਬ ਲਈਏ। ਤੁਸੀਂ ਜਿਹੜੇ ਮੁਲਾਜ਼ਮਾਂ ਦੀ ਗੱਲ ਕਰਦੇ ਹੋ, ਉਹੀ ਮੁਲਾਜ਼ਮ ਨੇ ਵਿਚਾਰੇ ਹਰ ਮੀਟਿੰਗ 'ਚ ਉਹਨਾਂ ਨਾਲ ਹੀ ਧੋਖਾ, ਉਹਨਾਂ ਨੂੰ ਹੀ ਪੱਕੇ ਫੇਰ ਪੱਕੇ ਅਸਲੀਅਤ ਇਹ ਹੈ ਕਿ ਵਿਚਾਰੇ ਕੱਚੇ ਤੁਰੇ ਫਿਰਦੇ ਨੇ। ਚਲੋ ਇੱਕ ਵਾਰੀ ਜਵਾਬ, ਬਹੁਤ ਸਾਰੇ ਪੁਆਇੰਟ ਆ ਗਏ, ਜਵਾਬ ਲਓ ਸਰ, ਜਵਾਬ ਲਓ। ਉਸ ਤੋਂ ਪਹਿਲਾਂ ਮੈਂ ਚੰਨੀ ਜੀ ਦਾ ਰੁਖ ਕਰਦਾ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਚੰਨੀ ਜੀ ਦੇਖੋ, ਇੱਕ ਆਰਡੀਨੈਂਸ ਵਾਲੇ ਮੁੱਦੇ ਉੱਤੇ ਮੈਂ ਆਵਾਂ। ਇੱਕ ਆਰਡੀਨੈਂਸ ਦੇ ਜ਼ਰੀਏ ਸੁਪਰੀਮ ਕੋਰਟ ਪਹੁੰਚ ਕੇ ਕੇਂਦਰ ਸਰਕਾਰ ਨੂੰ ਚੈਲੰਜ ਜਾਂ ਉਹਨਾਂ ਦੇ ਆਰਡੀਨੈਂਸ ਨੂੰ ਚੈਲੰਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਆਰਡੀਨੈਂਸ ਦੇ ਜ਼ਰੀਏ ਜਾਂ ਆਰਡੀਨੈਂਸ ਦਾ ਮੁੱਦਾ ਬਣਾ ਕੇ ਵਿਰੋਧੀਆਂ ਨੂੰ ਇਕਜੁੱਟ, ਤੁਹਾਡੇ ਖਿਲਾਫ ਵਿਰੋਧੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵੀ ਹੈ। देखो गौरव, गल है कि ऑनरेबल सुप्रीम कोर्ट की जजमेंट आई जी, और वो जजमेंट दे तो बाद 64 ਉਹਦੇ ਵਿੱਚ ਮਿਸਟੇਕਸ ਗਵਰਨਮੈਂਟ ਆਫ ਇੰਡੀਆ ਨੇ ਕੱਢੀਆਂ ਔਰ ਉਹ ਮਿਸਟੇਕਸ ਕਿ ਇੱਕ ਰਿਵਿਊ ਪਟੀਸ਼ਨ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਪਾਈ ਕਿ ਜੀ ਮਾਈ ਲਾਰਡ ਆਹ ਤੁਹਾਡਾ ਆਹ ਇਦਾਂ ਦਾ ਦੀ ਗੱਲ ਹੈਗੀ ਹੈ ਵੇ ਰੀਲੁੱਕ, ਹੋਰ ਕੁਝ ਨਹੀਂ ਉਹਦੇ ਵਿੱਚ। ਫਿਰ ਜਿਹੜਾ ਉਹਦੇ ਵਿੱਚ ਦੇਖੋ ਜਿਹੜੀ ਯੂਟੀ ਦਿੱਲੀ ਹੈ ਨਾ, ਉਹ ਸਧਾਰਨ ਯੂਟੀ ਨਹੀਂ ਹੈ ਜਿਵੇਂ ਪੌਂਡੀਚੇਰੀ ਹੋ ਗਈ ਜਾਂ ਗੋਆ ਹੋ ਗਈ ਜਾਂ ਚੰਡੀਗੜ੍ਹ ਹੋ ਗਈ, ਏਦਾਂ ਦੀਆਂ ਨਹੀਂ ਹੈ। ਉਹ ਨੈਸ਼ਨਲ ਕੈਪੀਟਲ ਹੈ ਔਰ ਉੱਥੇ ਸੋਵਰਨ ਰਹਿੰਦਾ ਹੈ, ਸੋਵਰਨ। ਔਰ ਬਾਕੀ ਸਾਰੇ ਜਿੰਨੇ ਆਪਣੇ ਵਰਲਡ ਵਾਈਡ ਸਾਰੇ ਉੱਥੇ ਜਿਹੜੇ ਹਾਈ ਕਮਿਸ਼ਨ ਨੇ ਜਾਂ ਐਮਬੈਸੀਆਂ ਹੈਗੀਆਂ, ਹੋਰ ਬੜਾ ਕੁਝ, ਡਿਫੈਂਸ, ਸਾਰਾ ਕੁਝ ਹੈਗਾ। ਸੋ ਇਸ ਕਰਕੇ ਦੈਟ ਕੈਨ ਨਾਟ ਬੀ ਟ੍ਰੀਟਡ ਐਜ਼ ਐਨ ਆਰਡੀਨਰੀ ਜਿਹੜੀ ਯੂਟੀ ਨਹੀਂ ਉਹ ਟ੍ਰੀਟ ਹੋ ਸਕਦੀ। ਉਹਦੇ ਇਸੇ ਕਰਕੇ ਇਹਨਾਂ ਨੇ ਆਰਡੀਨੈਂਸ ਲਿਆਂਦਾ, ਆਰਡੀਨੈਂਸ ਉਹਨਾਂ ਨੇ ਚੈਲੰਜ ਕਰਤਾ ਤੇ ਰੁਕ ਜਾਣ। ਪਹਿਲੀ ਗੱਲ ਤਾਂ ਇਹ, ਮੈਨੂੰ ਇੱਕ ਦਿਨ ਡਿਬੇਟ ਆਈ ਸੀ ਤੇ ਉਹ ਕਹਿੰਦੇ ਜੀ ਅਸੀਂ ਆਨਰੇਬਲ ਸੁਪਰੀਮ ਕੋਰਟ ਦਾ ਕੰਸਟੀਟਿਊਸ਼ਨਲ ਬੈਂਚ ਨਹੀਂ ਬਣ ਸਕਦਾ। ਮੈਂ ਕਿਹਾ ਬੈਂਚ ਕਿਉਂ ਨਹੀਂ ਬਣ ਸਕਦਾ? ਤੁਸੀਂ ਅਰਜੈਂਸੀ ਦੱਸੋ ਸੁਪਰੀਮ ਕੋਰਟ ਨੂੰ। ਸੁਪਰੀਮ ਕੋਰਟ ਤਾਂ ਰਾਤ ਨੂੰ ਵੀ ਲੱਗ ਜਾਂਦੀ ਹੈ, 3 ਵਜੇ ਵੀ, 4 ਵਜੇ ਵੀ। ਤੇ ਜੇ ਆਨਰੇਬਲ ਚੀਫ ਜਸਟਿਸ ਠੀਕ ਸਮਝਣਗੇ ਤੇ ਉਹ ਛੁੱਟੀਆਂ ਦੇ ਵਿੱਚ ਵੀ ਕੰਸਟੀਟਿਊਸ਼ਨਲ ਬੈਂਚ ਬਣਾ ਦੇਣਗੇ। ਮਤਲਬ ਇਹ ਸਿਰਫ ਦੇ ਆਰ ਜਸਟ ਟਰਾਈਂਗ ਟੂ ਪਲੇ ਦਾ ਗੇਮਸ ਟ੍ਰਿਕਸ। ਹੁਣ ਤੁਸੀਂ ਦੇਖੋ, ਉਹ ਜਿਹੜੀ ਬਾਕੀ ਸਾਰੀਆਂ 17-18 ਪਾਰਟੀਆਂ ਉਹ ਤਾਂ ਕਹਿੰਦੇ ਯੂਨਿਟੀ ਕਰੀਏ, ਇਹ ਕਹਿੰਦੇ ਜੀ ਪਹਿਲਾਂ ਤੁਸੀਂ ਆਰਡੀਨੈਂਸ ਦੀ ਗੱਲ ਕਰੋ, ਚਾਹੇ ਉਹ ਤਾਮਿਲਨਾਡੂ ਹੈ, ਚਾਹੇ ਕੇਰਲਾ ਹੈ, ਚਾਹੇ ਅਸਾਮ ਹੈ, ਮਿਜ਼ੋਰਮ ਹੈ, ਮਨੀਪੁਰ, ਤ੍ਰਿਪੁਰਾ, ਕਹਿੰਦੇ ਯੋਗਤਾ ਦੀ ਗੱਲ ਕਰੋ। ਉਦੋਂ ਉਹ ਨਹੀਂ ਸਾਡੇ ਦੀ, ਨਹੀਂ ਤਾਂ ਅਸੀਂ ਵਾਕਆਊਟ ਕਰਦੇ ਹਾਂ। ਤੇ ਇਹ ਹੋਰ ਵੀ ਪਤਾ ਲੱਗ ਜੂ ਵੀ ਕਿੱਥੇ ਕਿੰਨੇ ਕੇ ਸਿਧਾਂਤਕ ਹੈਗੇ ਨੇ। ਦੇਖੋ ਜਿਹੜੀ ਬੀਜੇਪੀ ਹੈਗੀ ਹੈ ਉਹ ਚਾਹੇ ਵਿਚਾਰਧਾਰਾ ਜਿੱਦਾਂ ਦੀ ਉਹ ਹੈਗੀ ਹੈ ਉਹ ਤੇ ਕਰਦੇ, ਚਾਹੇ ਆਰਟੀਕਲ 370 ਸੀ, ਚਾਹੇ ਅਯੋਧਿਆ ਦਾ ਰਾਮ ਮੰਦਿਰ ਸੀ, ਚਾਹੇ UCC ਹੈ, ਚਾਹੇ ਕੁਝ ਹੋਰ ਹੈ, ਇਹਨਾਂ ਦੀ ਕੋਈ ਵਿਚਾਰਧਾਰਾ ਨਹੀਂ।
ਹੁਣ ਇਹ ਦੱਸਦੇ ਨੇ ਸੰਘੇੜਾ ਸਾਹਿਬ ਬੈਠੇ ਨੇ ਨਹੀਂ, ਆਰਡੀਨੈਂਸ ਦੇ ਜ਼ਰੀਏ ਇਕਜੁੱਟ ਕਰਨ ਦੀ ਕੋਸ਼ਿਸ਼ ਵੀ ਹੈ ਚੰਨੀ ਜੀ। ਹੁਣ ਰਾਜ ਸਭਾ ਦੇ ਵਿੱਚ ਜੇ ਆਰਡੀਨੈਂਸ ਵਾਲਾ ਬਿੱਲ ਤੁਸੀਂ ਨਹੀਂ ਪਾਸ ਕਰਵਾ ਪਾਏ ਤਾਂ ਇੱਕ ਤਰੀਕੇ ਨਾਲ ਜਿੱਤ ਹੋ ਜਾਏਗੀ ਵਿਰੋਧੀਆਂ ਦੀ ਇਹ 2024 ਤੋਂ ਪਹਿਲਾਂ। ਉਹ ਆਪਣੀ ਥਾਂ ਤੇ ਉਹ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਦੀ ਵਿਚਾਰਧਾਰਾ ਕੀ ਹੈ ਕਿ ਇਹ ਦਿੱਲੀ ਦੇ ਵਿੱਚ ਤਾਂ ਉਹਨੇ ਵੀ ਅਸੀਂ ਯੂਸੀਸੀ ਦੇ ਨਾਲ ਹੈ ਤੇ ਫਿਰ ਪੰਜਾਬ ਦੇ ਵਿੱਚ ਵੀ ਦੱਸ ਦੇਣ ਵੀ ਇਹ ਯੂਸੀਸੀ ਦੇ ਨਾਲ ਹੈ ਕਿ ਨਹੀਂ, ਪਰ ਉਹਦੇ ਵਿੱਚ ਵੀ ਦੱਸ ਦੇਣਾ ਹੈ ਕਿ ਇੱਕ ਇਹ ਇਸ਼ੂ ਹੈਗਾ, ਇੱਕ ਹਿਊਮਨ ਰਾਈਟਸ ਨੇ, ਫੰਡਾਮੈਂਟਲ ਰਾਈਟਸ ਨੇ, ਇੱਕ ਬੇਸਿਕ ਰਾਈਟਸ ਨੇ। ਹੁਣ ਮੰਨ ਲਓ ਤੁਸੀਂ ਫੰਡਾਮੈਂਟਲ ਰਾਈਟਸ ਦਾ ਗਰੰਟੀ ਕਰਤੇ, ਜਿਹੜਾ ਆਰਟੀਕਲ 44 ਹੈ ਫਿਰ ਤਾਂ ਉਹਦੀ ਲੋੜ ਹੀ ਨਹੀਂ ਸੀ ਪਾਉਣ ਦੀ, ਤੇ ਉਹ ਪਾਇਆ ਗਿਆ ਹੈਗਾ। ਤੇ ਇਹਦਾ ਮਤਲਬ ਜਿਹੜੇ ਬੇਸਿਕ ਰਾਈਟਸ ਨੇ, ਮੰਨ ਲਓ ਮੈਰਿਜ ਦਾ ਹੈਗਾ, ਡਿਵੋਰਸ ਦਾ ਹੈਗਾ, ਅਡਾਪਸ਼ਨ ਦਾ ਹੈਗਾ, ਠੀਕ ਹੈ, ਹੈਰੀਟੇਜ ਦਾ ਹੈਗਾ, ਉਹ ਵੀ ਕਵਰ ਹੋਣੇ ਚਾਹੀਦੇ। ਸੋ ਇਸ ਕਰਕੇ ਇਹਨਾਂ ਨੂੰ ਇਹ ਚਾਹੀਦਾ ਕਿ ਆਪਣੀ ਵਿਚਾਰ ਠੀਕ ਹੈ। ਆਪਾਂ ਯੂਸੀਸੀ ਤੇ ਨਾ ਪਹੁੰਚ ਜਾਈਏ। ਸੰਘੇੜਾ ਸਾਹਿਬ ਜਵਾਬ ਦੇਣਾ ਚਾਹ ਰਹੇ। ਸੰਘੇੜਾ ਸਾਹਿਬ, ਕਲੇਰ ਜੀ ਨੇ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਸੀ, ਤੁਸੀਂ ਜਵਾਬ ਦੇ ਦਿਓ। ਗੌਰਵ ਜੀ ਇੱਕ ਲਾਈਨ 'ਚ ਮੈਂ ਦੱਸ ਦਿੰਦਾ, ਚੰਨੀ ਸਾਹਿਬ ਐਡੇ ਵੱਡੇ ਆਫੀਸਰ ਰਹੇ ਨੇ, ਉਹ ਸਿਰਫ ਪੋਸਟਿੰਗ, ਟ੍ਰਾਂਸਫਰ ਐਂਡ ਪੋਸਟਿੰਗ ਪਿੱਛੇ ਕਹਿੰਦੇ ਉੱਥੇ ਹਾਈ ਕਮਿਸ਼ਨਰਾਂ ਦੇ ਦਫ਼ਤਰ ਨੇ, ਉੱਥੇ ਡਿਊਟੀ ਸਧਾਰਨ ਡਿਊਟੀ ਨਹੀਂ ਹੈ। ਇਸ ਕਰਕੇ ਸੀਐਮ ਨੂੰ ਪੋਸਟਿੰਗ ਦੇ ਤੇ ਟ੍ਰਾਂਸਫਰ ਦੇ ਨਹੀਂ ਅਧਿਕਾਰ ਦਿੱਤੇ ਜਾ ਸਕਦੇ, ਸੁਪਰੀਮ ਕੋਰਟ ਦੇ ਰਹੀ ਆ। ਉਹਨੂੰ ਰੋਕਣ ਲਈ, ਇੱਕ ਮੁੱਖ ਮੰਤਰੀ ਨੂੰ ਰੋਕਣ ਲਈ ਵੀ ਕੰਮ ਨਾ ਕਰ ਜਵੇ ਵੱਧ, ਚੌਥੀ ਵਾਰੀ ਫੇਰ ਨਾ ਮੁੱਖ ਮੰਤਰੀ ਬਣ ਜਵੇ, ਐਡਾ ਵੱਡਾ ਆਰਡੀਨੈਂਸ ਚੱਕ ਲਿਆ ਹੈ ਸੁਪਰੀਮ ਕੋਰਟ ਨੂੰ ਨਲ ਐਂਡ ਵਾਇਡ ਕਰਨ ਲਈ। ਨਹੀਂ, ਕਾਂਗਰਸ ਨੂੰ ਇਹ ਵੀ ਲੱਗ ਰਿਹਾ ਕਿ ਇਹ ਨੈਸ਼ਨਲ ਇਸ਼ੂ ਨਹੀਂ ਹੈ, ਉਹਨਾਂ ਨੂੰ ਲੱਗ ਰਿਹਾ ਕਿ ਨੈਸ਼ਨਲ ਇਸ਼ੂ ਨਹੀਂ ਹੈ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵਿਰੋਧੀ ਪਾਰਟੀਆਂ ਦੀ ਮੀਟਿੰਗ ਸਭ ਤੋਂ ਪਹਿਲਾਂ ਵਿਚਾਰੋ। ਸੰਵਿਧਾਨ ਸਿੱਕੇ ਤੇ ਟੰਗ ਦਿੱਤਾ ਇੱਕ ਛੋਟੀ ਜਿਹੀ ਪਾਰਟੀ ਨੂੰ ਦਬਾਉਣ ਲਈ ਵੀ ਕੰਮ ਨਾ ਕਰ ਲੈਣ ਕਿਤੇ। ਸੰਵਿਧਾਨ ਨੂੰ ਸਿੱਕੇ ਤੇ ਟੰਗ ਦਿੱਤਾ ਗੌਰਵ ਜੀ, ਪੋਸਟਿੰਗ ਐਂਡ ਟ੍ਰਾਂਸਫਰ ਰੋਕਣ ਲਈ ਆਰਡੀਨੈਂਸ। ਕਿਹੜੀ ਐਮਰਜੈਂਸੀ ਹੈ ਜਿਹੜੀ 7 ਦਿਨਾਂ ਦੇ ਵਿੱਚ ਤੁਸੀਂ ਕਿਹਾ ਵੀ ਕਿਤੇ ਕਿਸੇ ਨੂੰ ਟ੍ਰਾਂਸਫਰ ਨਾ ਕਰ ਦੇਣ, ਸਾਰਿਆਂ ਤੇ ਕੰਟਰੋਲ ਰੱਖਣ ਲਈ ਦਿੱਲੀ 'ਚ ਭਲਾਈ ਦੀਆਂ ਸਕੀਮਾਂ ਦੀਆਂ ਫਾਈਲਾਂ ਰੋਕ ਲੈਂਦੇ ਆ ਜੀ। ਠੀਕ ਹੈ ਚੰਨੀ ਜੀ, ਜਵਾਬ ਲੈ ਲਓ। ਸਾਨੂੰ ਸੁਪਰੀਮ ਕੋਰਟ ਜਾਣਾ ਪੈਂਦਾ। ਕਾਲੋ ਸਾਹਿਬ ਆ ਰਹੇ ਤੁਹਾਡੇ ਕੋਲ, ਕਹਿੰਦੇ ਆ ਕਾਲੀ ਸੁਪਰੀਮ ਕੋਰਟ ਕਹਿੰਦੇ ਆ, ਸਾਨੂੰ ਕੰਮ ਹੀ ਨਹੀਂ ਕਰਨ ਦਿੰਦੇ ਇਹ। ਫੇਰ ਵੀ ਤੀਜੀ ਵਾਰੀ ਮੁੱਖ ਮੰਤਰੀ ਬਣਿਆ ਕੇਜਰੀਵਾਲ ਸਾਹਿਬ। ਚੰਨੀ ਜੀ ਅਜੇ ਜੱਜਮੈਂਟ ਨਹੀਂ ਆਈ ਸੀ ਤੇ ਇਹਨਾਂ ਨੇ ਜਿਹੜਾ ਸਰਵਿਸ ਸੈਕਟਰੀ ਸੀ ਉਹਦੀ ਪਹਿਲੇ ਟ੍ਰਾਂਸਫਰ ਕਰਤੀ। ਮਤਲਬ ਜੇ ਇਹ ਤਾਂ ਜਿਵੇਂ ਆਪਾਂ ਕਹਿੰਦੇ ਨਾ, ਮੈਨੂੰ ਕਹਿਣਾ ਨਹੀਂ ਚਾਹੀਦਾ, ਕਿਸੇ ਦੇ ਹੱਥ ਜਿਵੇਂ ਆ ਜਾਂਦੀ ਹੈ ਨਾ, ਕੋਈ ਤਾਂ ਕਹਿੰਦਾ ਭਲੇ ਵੇਲੇ ਦੱਸਦਾ, ਇਹ ਇਦਾਂ ਦੇ ਕੰਮ ਕਰਨ ਵਾਲੇ ਨੇ। ਇਹ ਲੋਕਾਂ ਨੇ ਦਿੱਤੀ ਆ ਹੱਥ 'ਚ, ਤੁਸੀਂ ਨਹੀਂ ਦਿੱਤੀ, ਲੋਕਾਂ ਨੇ ਦਿੱਤੀ ਆ। ਮੈਂ ਜਿਹੜੀ ਆ ਟ੍ਰਾਂਸਫਰ ਕਰਨ ਦੀ ਪਾਵਰ ਤੁਸੀਂ ਤਾਂ ਖੋ ਰਹੇ ਹੋ ਸੰਵਿਧਾਨ ਨੂੰ ਸਿੱਕੇ ਤੇ ਟੰਗ ਕੇ। ਤੁਹਾਡੇ ਨਾਲ ਕੌਣ ਹੈ ਸਾਰੇ ਮੁਲਕ ਦੇ ਵਿੱਚ? ਹੁਣ ਤੁਸੀਂ ਦੇਖ ਲਓ, ਹੋਰ 10 ਦਿਨਾਂ ਨੂੰ ਨਿਕਲੇਗਾ ਸਾਰੇ ਬਿੱਲੀ ਬਾਹਰ ਵੀ ਜਿਹੜਾ ਤੁਸੀਂ ਆਰਡੀਨੈਂਸ ਇਸ਼ੂ ਲਈ ਫਿਰਦੇ ਆ, ਹੋਰ ਇਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ। ਤੋ ਸਾਰੀ ਜਿਹੜੀ ਆਪੋਜੀਸ਼ਨ ਕਿੱਥੇ? ਇਹ ਵੀ ਚੰਨੀ ਸਾਹਿਬ, ਅਸੀਂ ਤਾਂ ਕਹਿੰਦੇ ਆ ਸਾਡੀ ਪਾਰਟੀ ਬਹੁਤ ਛੋਟੀ ਹੈ, ਸਾਰੀ ਦੁਨੀਆ 'ਚ ਸਭ ਤੋਂ ਛੋਟੀ ਪਾਰਟੀ ਹੈ। ਤੁਹਾਨੂੰ ਕਿਉਂ ਇੰਨਾ ਡਰ ਲੱਗਦਾ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਤੋਂ? ਠੀਕ ਹੈ, ਚਲੋ ਸਮਾਂ ਬਹੁਤ ਘੱਟ ਹੈ ਜੀ, ਵੀ ਇਹ ਕੰਮ ਨਾ ਕਰ ਲੈਣ ਕੋਈ ਲੋਕਾਂ ਦੀ ਭਲਾਈ ਦਾ। ਚੰਨੀ ਜੀ, ਸੰਘੇੜਾ ਸਾਹਿਬ ਥੋੜੀ ਵੇਟ ਕਰਿਓ, ਸਮਾਂ ਬਹੁਤ ਘੱਟ ਹੈ, ਇਸ ਕਰਕੇ ਸਭ ਦਾ ਰਿਐਕਸ਼ਨ ਜ਼ਰੂਰੀ ਹੈ। ਮੈਂ ਕਾਲੋ ਸਾਹਿਬ ਦਾ ਰੁਖ ਕਰ ਲੈਣਾ। ਕਾਲੋ ਸਾਹਿਬ ਜੀ ਚੰਨੀ ਕੰਪਲੀਟ ਕਰ ਲਓ ਤੁਸੀਂ ਪਲੀਜ਼। ਮੈਂ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ, ਇਹ ਕਹਿੰਦੇ ਲੋਕਾਂ ਦੀ ਪਾਰਟੀ, ਲੋਕਾਂ ਨੇ ਜਵਾਬ ਦਿੱਤਾ ਇਹਨਾਂ ਨੂੰ ਕਰਨਾਟਕ 'ਚ, ਲੋਕਾਂ ਨੇ ਜਵਾਬ ਦਿੱਤਾ ਗੁਜਰਾਤ 'ਚ, ਲੋਕਾਂ ਨੇ ਜਵਾਬ ਦਿੱਤਾ ਹਿਮਾਚਲ 'ਚ, ਜਿੱਥੇ ਬੜੇ ਇੱਕ ਪਤਾ ਕੀ ਹੈ, ਸਾਡਾ ਜਿਹੜਾ ਪੰਜਾਬ ਦਾ ਨਾ ਨੋਨ ਫਾਰ ਹਸਪਿਟੈਲਿਟੀ ਹੈ, ਤੇ ਹੁਣ ਅਸੀਂ ਇਹਦੇ ਪਾਇਲਟ ਵੀ ਬਣੇ ਹੋਏ ਆ, ਟੂਰ ਐਂਡ ਟਰੈਵਲ ਏਜੰਟ ਵੀ ਬਣੇ ਆ, ਤੇ ਜਹਾਜ਼ ਤੇ ਸਾਡੇ ਜਿਹੜੇ ਸਾਰੇ ਖਰਚਾ ਪਾਣੀ ਹੈਗਾ ਉਹ ਅਸੀਂ ਕਰਕੇ ਘਮਾਈ ਜਾਂਦੇ ਵੀ ਸ਼ਾਇਦ ਕਿਸੇ ਦੇ ਵਿੱਚ ਕਿਸੇ। ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਕੋਲ ਫਾਈਨਲ ਕਮੈਂਟ ਲੈ ਸਕਾਂ। ਕਾਲੋ ਸਾਹਿਬ ਸੰਘੇੜਾ ਜੀ ਰੁਕਿਓ, ਮੈਂ ਤੁਹਾਡੇ ਕੋਲ ਆਉਣਾ ਸਰ। ਗੌਰਵ, ਮੈਂ ਆਬਜੈਕਸ਼ਨ ਕਰਦਾ ਇਸ ਗੱਲ ਤੇ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ, ਸਾਡੇ ਰਾਸ਼ਟਰੀ ਆਗੂ ਨੇ ਅਰਵਿੰਦ ਕੇਜਰੀਵਾਲ ਬਾਦਲ, ਉਹ ਦੂਜੇ ਸੂਬੇ ਜਾ ਨਹੀਂ ਸਕਦੇ? ਬਿਲਕੁਲ ਜਾ ਸਕਦੇ ਆ ਸਰ। ਕੌਣ ਨਹੀਂ, ਕੋਈ ਮਿਆਰ ਦੀ ਗੱਲ ਕਰਨੀ ਚਾਹੀਦੀ ਆ। ਮੈਂ ਇੱਕ ਵਾਰੀ ਕਾਲੋ ਸਾਹਿਬ ਦਾ ਰਿਐਕਸ਼ਨ ਲੈਣਾ। ਕਲੇਰ ਜੀ ਆ ਰਹੇ ਮੈਂ ਤੁਹਾਡੇ ਕੋਲ। ਕਾਲੋ ਸਾਹਿਬ ਥੋੜੇ ਇਕੱਠੇ ਜਵਾਬ ਦੇ ਦਿਓ। ਸੰਘੇੜਾ ਜੀ ਇਕੱਠੇ ਜਵਾਬ ਦੇ ਦਿਓ, ਇੱਕ ਵਾਰੀ ਕਾਲੋ ਸਾਹਿਬ ਨੂੰ ਵੀ ਸੁਣ ਲਓ। ਕਾਲੋ ਸਾਹਿਬ ਆਰਡੀਨੈਂਸ ਦੇ ਮੁੱਦੇ ਉੱਤੇ ਕਾਂਗਰਸ ਸਪਸ਼ਟ ਕਰੇ। ਤੁਹਾਨੂੰ ਲੱਗਦਾ ਹੈ ਕਿ ਜੇ ਫੈਡਰਲ ਸਿਸਟਮ ਨੂੰ, ਕਾਂਗਰਸ ਕਹਿੰਦੀ ਹੈ ਕਿ ਅਸੀਂ ਫੈਡਰਲ ਸਿਸਟਮ ਨੂੰ ਬਿਲਕੁਲ ਸਮਰਥਨ ਕਰਦੇ ਹਾਂ, ਤਾਂ ਫਿਰ ਕੀ ਆਰਡੀਨੈਂਸ ਦੇ ਮੁੱਦੇ ਉੱਤੇ ਵੀ ਤੁਸੀਂ ਉਸ ਤਰੀਕੇ ਨਾਲ ਸਟੈਂਡ ਲਵੋਗੇ? ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਆਰਡੀਨੈਂਸ ਦਾ ਮਤਲਬ ਹੈ ਫੈਡਰਲ ਸਿਸਟਮ ਦੇ ਉੱਤੇ ਸੱਟ। ਗੌਰਵ, ਪਹਿਲੀ ਗੱਲ ਮੈਂ ਇਹ ਕਹਿਣਾ ਚਾਹੂੰਗਾ ਕਿ ਕਾਂਗਰਸ ਪਾਰਟੀ ਦੇਸ਼ ਦੀ ਇਕਲੌਤੀ ਪਾਰਟੀ ਹੈ ਜਿਹੜੀ ਸੰਵਿਧਾਨ ਦਾ ਬਹੁਤ ਜ਼ਿਆਦਾ ਸਨਮਾਨ ਕਰਦੀ ਹੈ, ਔਰ ਜਿੱਥੇ ਵੀ ਕਿਤੇ ਸੰਵਿਧਾਨਿਕ ਕਦਰਾਂ ਕੀਮਤਾਂ ਦੇ ਉੱਤੇ ਕੋਈ ਕਿਸੇ ਤਰੀਕੇ ਦੀ ਵੀ ਆਂਚ ਆਉਂਦੀ ਹੈ, ਉਹਦੇ ਵਿਰੁੱਧ ਲੜਾਈ ਲੜਨ ਵਾਲੀ ਜਿਹੜੀ ਪਾਰਟੀ ਹੈ ਉਹ ਸਿਰਫ ਕਾਂਗਰਸ ਪਾਰਟੀ ਹੈ। ਹੁਣ ਆ ਜਾਈਏ
ਆਰਡੀਨੈਂਸ ਵਾਲੇ ਇਸ਼ੂ ਦੇ ਉੱਤੇ ਮੈਂ ਫਿਰ ਰਿਪੀਟ ਕਰੂੰਗਾ ਕਿ ਉਹ ਗਵਰਨੈਂਸ ਦਾ ਇਸ਼ੂ ਹੈ, ਇਹਨਾਂ ਦਾ ਗਵਰਨੈਂਸ ਦਾ ਇਸ਼ੂ ਹੈ। ਔਰ ਦੂਸਰਾ ਇਹਨੇ ਜਾਣਬੁੱਝ ਕੇ ਇੱਕ ਕ੍ਰੀਏਟ ਕੀਤਾ ਹੋਇਆ ਇਸ਼ੂ ਹੈ ਇਹਨਾਂ ਦਾ ਆਪਸ ਦੇ ਵਿੱਚ। ਔਰ ਤੀਸਰੀ ਗੱਲ, ਇਹਨਾਂ ਨੂੰ ਇੰਨੀ ਕਾਲੀ ਇੱਕ ਮਾਫੀ ਚਾਹੂੰਗਾ ਵਿਚਾਲੇ ਰੋਕਦੇ, ਮੈਂ ਮਾਫੀ ਚਾਹੂੰਗਾ ਵਿਚਾਲੇ ਰੋਕਦੇ ਹਾਂ। ਤੁਸੀਂ ਕਹਿ ਰਹੇ ਹੋ ਗਵਰਨੈਂਸ ਦਾ ਇਸ਼ੂ ਹੈ, ਪਰ ਕੀ ਲੱਗਦਾ ਕਿ ਸਿਰਫ ਦਿੱਲੀ ਤੱਕ ਸੀਮਿਤ, ਤੁਹਾਨੂੰ ਲੱਗ ਰਿਹਾ ਕਿ ਦਿੱਲੀ ਤੱਕ ਸੀਮਿਤ ਹੈ? ਇਸ ਨੂੰ ਜਦੋਂ ਤੁਸੀਂ ਸਾਰੀਆਂ ਪਾਰਟੀਆਂ ਬੈਠੀਆਂ ਤਾਂ ਉਸ ਸਮੇਂ ਡਿਸਕਸ ਨਾ ਕਰੋ। ਗੌਰਵ ਮੈਂ ਉਹ ਕਹਿ ਰਿਹਾ ਕਿ ਇੱਕ ਜਿਹੜਾ ਨਾ ਇੱਕ ਬਹੁਤ ਵੱਡਾ ਦੇਸ਼ ਦੇ ਵਿੱਚ ਇੱਕ ਫਾਂਸੀਵਾਦ ਨੇ ਜਿਹੜਾ ਕਾਬਜ ਹੋ ਗਿਆ, ਜਿਹੜਾ ਸੰਵਿਧਾਨ ਲਈ ਖਤਰਾ ਹੈ ਕੇਂਦਰ 'ਚ ਬੈਠੀ ਸਰਕਾਰ। ਜੇ ਯੂਨਾਈਟ ਹੋ ਰਹੀਆਂ ਨੇ ਪੂਰੀਆਂ ਦੇਸ਼ ਦੀਆਂ ਵਿਰੋਧੀ ਧਿਰ ਜਿਹੜੇ ਨੇ, ਉਹ ਇਸ ਫਾਂਸੀਵਾਦ ਦੇ ਵਿਰੁੱਧ ਲੜਾਈ ਲੜਨ ਲਈ ਜਿਹੜੀਆਂ ਯੂਨਾਈਟ ਹੋ ਰਹੀਆਂ ਨੇ, ਉਹਦੇ ਵਿੱਚ ਇੱਕ ਇਹ ਵੀ ਏਜੰਡਾ ਹੋਣਾ ਚਾਹੀਦਾ ਹੈ। ਪਰ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਪ੍ਰਾਇੋਰਟੀ ਤੇ ਹੋਏਗਾ ਔਰ ਬਾਕੀ ਸੀਧੀਆਂ ਚੀਜ਼ਾਂ ਬਾਅਦ ਦੇ ਵਿੱਚ। ਦੇਖੋ, ਕਾਂਗਰਸ ਨੇ ਉਦੋਂ ਵੀ ਖੜਗੇ ਸਾਹਿਬ ਔਰ ਸ਼੍ਰੀ ਰਾਹੁਲ ਗਾਂਧੀ ਨੇ ਗੱਲ ਕਹੀ ਸੀ ਕਿ ਅਸੀਂ ਆਪਣੇ ਪਾਰਟੀ ਦੇ ਵਿੱਚ ਇੰਟਰਨਲੀ ਇਸ ਚੀਜ਼ ਦੇ ਉੱਤੇ ਚਰਚਾ ਕਰਕੇ ਫੈਸਲਾ ਲਵਾਂਗੇ। ਅਸੀਂ ਫੈਡਰਲ, ਅਸੀਂ ਸੰਘੀ ਢਾਂਚੇ ਦੇ ਨਾਲ ਖੜੇ ਹੋਣ ਵਾਲੇ, ਉਹਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਨ ਵਾਲੀ ਪਾਰਟੀਆਂ। ਪਰ ਜਿਹੜੀ ਆਮ ਆਦਮੀ ਪਾਰਟੀ ਹੈ, ਇਹ ਦੋਹਰੇ ਚਾਲ ਚਰਿੱਤਰ ਵਾਲੀ ਪਾਰਟੀ ਹੈ। ਇਹ ਜਿੱਦਾਂ ਕਹਿੰਦੇ ਨਾ ਕਿ ਬਿੱਲੀ ਥੱਲਿਓ ਬਾਹਰ ਆ ਗਈ ਹੈ, ਪਹਿਲਾਂ ਹੀ ਬਿੱਲੀ ਥੱਲਿਓ ਬਾਹਰ ਆ ਗਈ ਹੈ। ਇੰਨੀ ਕਾਹਲੀ ਨਾ ਕਰਨ ਕੇਜਰੀਵਾਲ ਸਾਹਿਬ। ਔਰ ਦੂਸਰੀ ਗੱਲ ਜਿਹੜੀ ਬੀਜੇਪੀ ਹੈ, ਬੀਜੇਪੀ ਵੀ ਸੰਵਿਧਾਨ ਨੂੰ ਠੇਸ ਪਹੁੰਚਾਉਣ ਤੋਂ ਕਦੀ ਵੀ ਇਹ ਪਿੱਛੇ ਨਹੀਂ ਹਟੀ ਹੈ। ਦੇਖੋ, ਸਰ ਤੁਸੀਂ ਬੀਜੇਪੀ ਦੇ ਖਿਲਾਫ ਹੋ ਤੇ ਆਮ ਆਦਮੀ ਪਾਰਟੀ ਦੇ ਨਾਲ ਉਸ ਮੁੱਦੇ ਦੇ ਉੱਤੇ ਨਹੀਂ ਹੋ ਸਕਦੇ। ਮਾਫੀ ਚਾਹੂੰਗਾ, ਦੁਬਾਰਾ ਦੱਸਿਓ, ਮੈਂ ਸੁਣ ਨਹੀਂ ਪਾਇਆ। ਤੁਸੀਂ ਬੀਜੇਪੀ ਦੇ ਖਿਲਾਫ ਹੋ, ਇਹ ਕਲੀਅਰ ਹੈ। ਕਾਂਗਰਸ ਬੀਜੇਪੀ ਦੇ ਖਿਲਾਫ ਹੈ। ਹੁਣ ਗੱਲ ਇਹ ਹੈ ਕਿ ਆਰਡੀਨੈਂਸ ਦੇ ਉੱਤੇ ਤੁਸੀਂ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਹੋ, ਨਹੀਂ ਕਰ ਰਹੇ ਹੋ? ਜੇ ਸਮਰਥਨ ਕਰ ਰਹੇ ਹੋ ਤਾਂ ਫਿਰ ਇਸ ਦਾ ਮਤਲਬ ਹੈ ਬੀਜੇਪੀ ਦੇ ਖਿਲਾਫ ਹੋ। ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਅਸੀਂ ਕਿਸੇ ਵੀ ਰੂਪ ਦੇ ਵਿੱਚ ਜਿੱਥੇ ਵੀ ਸੰਘੀ ਢਾਂਚੇ ਦੀਆਂ ਕਦਰਾਂ ਕੀਮਤਾਂ ਨੂੰ ਕੋਈ ਜਿਹੜਾ ਹੈ ਆਹਤ ਕਰਨ ਦੀ ਕੋਸ਼ਿਸ਼ ਕਰੇਗਾ, ਅਸੀਂ ਉਹਦੇ ਵਿਰੁੱਧ ਲੜਾਈ ਲੜਾਂਗੇ। ਔਰ ਇਹ ਜਿਹੜਾ ਇਸ਼ੂ ਹੈ ਅਜੇ ਵਿਚਾਰ ਅਧੀਨ ਹੈ। ਗੌਰਵ, ਇਹਨੂੰ ਅਸੀਂ ਨਕਾਰਿਆ ਵੀ ਨਹੀਂ ਹੈ। ਇਹ ਗੱਲ ਬਿਲਕੁਲ ਇਹ ਕਾਲੇ ਨਾ ਪੈਣ, ਪਰ ਇਹ ਦੋਹਰਾ ਮਾਪਦੰਡ ਨਾ ਰੱਖਣੇ ਆ। ਠੀਕ ਹੈ, ਚਲੋ ਸਮਾਂ ਬਿਲਕੁਲ ਖਤਮ ਹੋ ਰਿਹਾ ਸਰ, ਮੈਂ ਰਿਐਕਸ਼ਨ ਲੈਣਾ, ਮੈਂ ਜਵਾਬ ਜ਼ਰੂਰ। ਕਾਂਗਰਸ ਨੂੰ ਗੌਰਵ ਇਹ ਗਾਲਾਂ ਕੱਢਦੇ ਨੇ ਔਰ ਦੂਸਰੇ ਬੰਨੇ ਕਾਂਗਰਸ ਦਾ ਹਰ ਵੇਲੇ ਸਮਰਥਨ ਲੈਣ ਲਈ ਵੀ ਕਾਲੇ ਰਹਿੰਦੇ ਨੇ। ਸੋ ਇਹ ਇਹਨਾਂ ਦਾ ਦੋਹਰਾ ਚਰਿੱਤਰ ਹੈ। ਇਹਨਾਂ ਨੂੰ ਇਹ ਗੱਲ ਕਲੀਅਰ ਕਰਨੀ ਪਵੇਗੀ। ਠੀਕ ਹੈ, ਮੇਰੇ ਕੋਲ ਸਮਾਂ ਖਤਮ ਹੋ ਰਿਹਾ। ਕਾਲੋ ਸਾਹਿਬ ਵਿਚਾਲੇ ਰੋਕ ਰਹੇ, ਕਲੀਅਰ ਜੀ ਕੁਝ ਐਡ ਕਰਨਾ ਚਾਹ ਰਹੇ हैं? ਨਹੀਂ, ਮੈਂ ਤਾਂ ਸੰਘੇੜਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਇਹ ਕਹਿੰਦੇ ਜੀ ਸਾਡਾ ਹੱਕ ਹੈ, ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਪ੍ਰਧਾਨ ਨੇ, ਭਗਵੰਤ ਮਾਨ ਮੁੱਖ ਮੰਤਰੀ ਜਾ ਸਕਦੇ ਬਿਲਕੁਲ। ਪਰ ਕੀ ਜਿਹੜਾ ਦੇਸ਼ ਭ੍ਰਮਣ ਹੋਇਆ ਉਹਦੇ 'ਚ ਮੈਨੂੰ ਸੰਘੇੜਾ ਸਾਹਿਬ ਇੱਕ ਵਾਰ ਪੁਆਇੰਟ ਆਊਟ ਕਰਕੇ ਦੱਸ ਦੇਣ ਕਿ ਉੱਥੇ ਪੰਜਾਬ ਦੇ RDF ਦੀ ਕੋਈ ਗੱਲ ਹੋਈ ਹੋਵੇ, ਪੰਜਾਬ ਦਾ ਕੋਈ ਮੁੱਦਾ ਉੱਥੇ ਡਿਸਕਸ ਹੋਇਆ ਹੋਵੇ। ਦੂਜੀ ਗੱਲ, ਪੰਜਾਬ ਤਾਂ ਪਹਿਲਾਂ ਹੀ ਕਰਜ਼ੇ 'ਚ ਡੁੱਬਿਆ, ਜਿਹੜਾ ਦਿੱਲੀ ਆ ਉਹ ਰੈਵਨਿਊ ਸਰਪਲਸ ਸਟੇਟ ਹੈ। ਫਿਰ ਹੈਲੀਕਾਪਟਰ ਦਾ ਖਰਚਾ, ਫੈਲਕਨ ਪਲੇਨ ਦਾ ਖਰਚਾ, ਇਹ ਪੰਜਾਬ ਦੇ ਸਿਰ ਤੇ ਅਰਵਿੰਦ ਕੇਜਰੀਵਾਲ ਕਿਉਂ ਘੁੰਮਦਾ? ਕਿਉਂ ਨਹੀਂ ਦਿੱਲੀ ਪੈਸੇ ਦਿੰਦਾ? ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਦਿੱਲੀ ਘਰ ਹੈ, ਉਹ ਪੰਜਾਬ ਤੋਂ ਬਾਹਰਲੇ ਕਿਸੇ ਲੀਡਰ ਦੀ ਉੱਥੇ ਪ੍ਰਾਈਵੇਟ ਫੰਕਸ਼ਨ ਉਹਨੇ ਅਰੇਂਜ ਕੀਤਾ ਹੈ, ਉਹ ਖਰਚਾ ਪੰਜਾਬ ਦੇ ਸਿਰ ਕਿਉਂ? ਸੋ ਐਸੀਆਂ ਜਿਹੜੀਆਂ ਗੱਲਾਂ, ਤੁਸੀਂ ਉਹ ਸਟੇਟ ਜਿੱਤੇ ਪਹਿਲਾਂ ਹੀ ਲੱਖਾਂ ਕਰੋੜ ਦਾ ਕਰਜ਼ਾ ਔਰ 45,000 ਕਰੋੜ ਦਾ ਕਰਜ਼ਾ ਤੁਸੀਂ ਇੱਕ ਸਾਲ 'ਚ ਚੜਾਤਾ, ਇਹ ਕਿੱਥੇ ਵਾਜਿਬ ਹੈ? ਸੋ ਤੁਸੀਂ ਜਿਹੜੀਆਂ ਇਹ ਗੱਲਾਂ ਕਰਦੇ ਹੋ, ਮੈਂ ਤੁਹਾਨੂੰ ਵੈਸੇ ਦੱਸ ਦਿਆਂ, ਅਗਰ ਤੁਸੀਂ ਪ੍ਰੋਟੋਕਾਲ ਦੇ ਹਿਸਾਬ ਨਾਲ ਪੁੱਛੋ ਤਾਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਚੀਫ ਸੈਕਟਰੀ ਤੋਂ ਵੀ ਨੀਚੇ ਨੇ ਪ੍ਰੋਟੋਕਾਲ ਵਾਈਜ਼। ਪਰ ਭਗਵੰਤ ਮਾਨ ਸਾਹਿਬ ਇੱਕ ਟੂਰ ਮੈਨੇਜਰ ਮੰਗੂ ਪੰਜਾਬ ਦੇ ਖਰਚੇ ਤੇ ਅਰਵਿੰਦ ਕੇਜਰੀਵਾਲ ਨੂੰ ਕਲੀਅਰ ਕਰੋ। ਤੁਸੀਂ ਅਕਾਲੀ ਦਲ ਸੰਘੀ ਢਾਂਚੇ ਦੇ ਸਮਰਥਨ ਦੇ ਵਿੱਚ ਹਮੇਸ਼ਾ, ਹੁਣ ਇਹ ਆਰਡੀਨੈਂਸ ਵਾਲਾ ਮੁੱਦਾ ਅਕਾਲੀ ਦਲ ਨੂੰ ਸੰਘੀ ਢਾਂਚੇ ਦੇ ਉੱਤੇ ਸੱਟ ਲੱਗਦਾ ਕਿ ਨਹੀਂ? ਜਿਹੜਾ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਿੱਧਾ ਡਾਇਰੈਕਟਲੀ ਫੈਡਰਲ ਸਿਸਟਮ ਨੂੰ ਹਿੱਟ ਕੀਤਾ ਜਾ ਰਿਹਾ। ਮੈਂ ਗੌਰਵ ਜੀ ਬੜੇ ਸਪਸ਼ਟ ਤੌਰ ਤੇ ਗੱਲ ਕਹਿਣਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦਾ ਸਾਥ ਵੀ ਦਿੱਤਾ ਹੈ, ਗਵਰਨਰ ਵਾਲੇ ਮੁੱਦੇ ਤੇ ਸਾਥ ਵੀ ਦਿੱਤਾ ਹੈ, ਪਰ ਜੋ ਅੱਜ ਦੀ ਲੜਾਈ ਇਹ ਲੜ ਰਹੇ ਨੇ, ਇਹ TRP ਡਰਾਮੇ ਲਈ ਪੁੱਛੋ ਇਹਨਾਂ ਨੂੰ, ਸੰਘੇੜਾ ਸਾਹਿਬ ਨੂੰ, ਕਿ ਤੁਸੀਂ UCC ਦਾ ਸਮਰਥਨ ਕਰਦੇ ਹੋ? ਸੰਘੇੜਾ ਸਾਹਿਬ ਦੱਸ ਦੇਣ ਕਿ ਜੋ ਦਿੱਲੀ ਦਾ ਬਿਆਨ ਹੈ, ਕੀ ਸੰਘੇੜਾ ਸਾਹਿਬ ਉਹਦੇ ਨਾਲ ਸਹਿਮਤ ਨੇ? ਚਲੋ ਹੁਣ ਜਵਾਬ ਦਿਓ, ਕਨਕਲੂਡ ਕਰਨਾ ਆਪਾਂ। ਸੰਘੇੜਾ ਸਾਹਿਬ। ਗੌਰਵ ਜੀ, ਇਹ ਜਿਹੜੀ ਮੈਂ ਪਹਿਲੀ ਗੱਲ ਇਹਨਾਂ ਨੇ ਕੀਤੀ ਹੈ, ਮੈਂ ਜਵਾਬ ਦੇ ਦੇਵਾਂ।